ਪੰਜਾਬ ਵਿਧਾਨ ਸਭਾ ਦੀ ਭਖੀ ਹੋਈ ਸਿਆਸਤ ਵਿੱਚ ਫਰੀਦਕੋਟ ਦੀ ਸਿਆਸਤ ਵੀ ਸਿਖਰਾਂ ਤੇ ਹੈ। ਲਗਾਤਾਰ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਫਰੀਦਕੋਟ ਦੇ ਮੌਜੂਦਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਲਗਾਤਾਰ ਸਾਧਕ ਏਰੀਏ ਵਿੱਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ, ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸ ਤਹਿਤ ਅੱਜ ਉਹਨਾਂ ਵੱਲੋਂ ਢਲਮਾ ਖੁਰਦ ਵਿੱਚ ਪਹੁੰਚਿਆ ਗਿਆ ਸੀ ਤਾਂ ਕੁਝ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਦੀ ਹਾਰ ਤੋਂ ਬਖਲਾਈ ਹੋਈ ਹੈ, ਜਿਸ ਕਾਰਨ ਉਹਨਾਂ ਵੱਲੋਂ ਅਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਾਂਗਰਸ ਸਰਕਾਰ ਅਤੇ ਉਹਨਾਂ ਵੱਲੋਂ ਫਰੀਦਕੋਟ ਦੇ ਜ਼ਿਲ੍ਹਾ ਅਤੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕੀਤੇ ਗਏ ਨੇ, ਜਿਨ੍ਹਾਂ ਦੇ ਆਧਾਰ ਤੇ ਉਹਨਾਂ ਵੱਲੋਂ ਲੋਕਾਂ ਤੋਂ ਵੋਟ ਮੰਗੀ ਜਾ ਰਹੀ ਹੈ ਅਤੇ ਲੋਕ ਵੀ ਉਹਨਾਂ ਦੇ ਹੱਕ ਵਿੱਚ ਖੜ ਰਹੇ ਨੇ ਅਤੇ ਇਸ ਵਾਰ ਉਹਨਾਂ ਨੂੰ ਫਤਵਾ ਦੇਣਗੇ। ਤੁਸੀਂ ਵੀ ਸੁਣੋ ਕੀ ਕਿਹਾ ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਨੇ। ਸਾਰੇ ਹੀ ਸਤਿਕਾਰਯੋਗ ਮੇਰੇ ਬਜ਼ੁਰਗਾਂ ਨੂੰ, ਨੌਜਵਾਨ ਭਰਾਵਾਂ ਨੂੰ, ਮੇਰੀਆਂ ਮਾਵਾਂ ਭੈਣਾਂ ਬੱਚਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਆਪਣਾ ਵਿਚਾਰ ਸਾਂਝੇ ਕਰਨ ਲੱਗਿਆ ਹਾਂ ਕਿ ਇਲੈਕਸ਼ਨ ਸ਼ੁਰੂ ਹੋ ਚੁੱਕੀ ਹੈ। ਹੋਰ 2 ਦਿਨਾਂ ਤਾਈਂ ਕਾਗਜ਼ਾਂ ਦੀ ਵਾਪਸੀ ਹੋ ਜਾਣੀ ਹੈ ਤੇ ਪੂਰੀ ਗਰਮ ਇਲੈਕਸ਼ਨ ਚੱਲ ਪੈਣੀ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਮੇਰੇ ਵਿਰੋਧੀ ਸੱਜਣਾਂ ਨੂੰ, ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ ਮੇਰੇ ਸਾਥੀਆਂ ਨੂੰ, ਕਿ ਅੱਜ ਕੱਲ੍ਹ ਲੋਕ ਸਵਾਲ ਕਰਦੇ ਆ ਕਿ ਪ੍ਰੋਫੈਸਰ ਸਾਧੂ ਸਿੰਘ ਨੂੰ 5 ਸਾਲ ਵਾਸਤੇ MP ਬਣਾਇਆ ਸੀ। ਲੋਕਾਂ ਨੂੰ ਜਾ ਕੇ ਆਮ ਆਦਮੀ ਪਾਰਟੀ ਵਾਲੇ ਸੱਜਣਾਂ ਨੇ ਕਿਹਾ ਕਿ ਬਹੁਤ ਪੜ੍ਹੇ ਲਿਖੇ ਇਨਸਾਨ ਨੇ, ਪ੍ਰੋਫੈਸਰ ਸਾਹਿਬ ਨੇ, ਉਹਨਾਂ ਨੂੰ ਮੌਕਾ ਦਿਓ, ਉਹ ਇਲਾਕੇ ਦਾ ਤੇ ਫਰੀਦਕੋਟ ਦਾ ਬਹੁਤ ਵਿਕਾਸ ਕਰਨਗੇ ਤੇ ਪਿੰਡਾਂ ਦਾ। ਪਰ ਲੋਕ ਸ਼ਿਕਾਇਤ ਕਰਦੇ ਨੇ ਕਿ ਉਸ ਤੋਂ ਬਾਅਦ ਵਿਕਾਸ ਦਾ ਕੀ ਹੋਣਾ ਸੀ। ਲੋਕਾਂ ਨੇ ਕਦੀ ਪ੍ਰੋਫੈਸਰ ਸਾਧੂ ਸਿੰਘ ਦੀ ਸ਼ਕਲ ਵੀ ਨਹੀਂ ਦੇਖੀ। ਸੋ ਮੇਰੀ ਬੇਨਤੀ ਆਮ ਆਦਮੀ ਪਾਰਟੀ ਵਾਲੇ ਸਾਰੇ ਸਾਥੀਆਂ ਨੂੰ ਕਿ ਘਬਰਾਹਟ ਨਾ ਮੰਨੋ। ਇਹ 'ਚ ਘਬਰਾਹਟ ਮੰਨਣ ਵਾਲੀ ਕੋਈ ਗੱਲ ਨਹੀਂ। ਜੇ ਤੁਸੀਂ ਪਹਿਲਾਂ ਵਾਅਦਾ ਕਰਕੇ ਵੋਟਾਂ ਲਈਆਂ ਸੀ, ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਕੀਤਾ ਸੀ, ਤਾਂ ਭਰਾਵੋ ਲੋਕਾਂ ਨੇ ਸਵਾਲ ਵੀ ਪੁੱਛਣੇ। ਸੋ ਮੇਰੀ ਬੇਨਤੀ ਹੈ, ਅਸੀਂ ਤਾਂ ਆਪਦੇ ਕੀਤੇ ਹੋਏ ਵਿਕਾਸ ਕਾਰਜਾਂ ਦੇ ਸਿਰ 'ਤੇ ਪਿੰਡ ਜਾ ਰਹੇ ਹਾਂ। ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਮੁਕਾਬਲੇ 'ਚ 10% ਵੀ ਪ੍ਰੋਫੈਸਰ ਸਾਧੂ ਸਿੰਘ ਦੇ ਕੀਤੇ ਹੋਏ ਕੰਮ ਤੁਸੀਂ ਦਿਖਾ ਦਿਓ ਤਾਂ ਮੈਂ ਤੁਹਾਡਾ ਗੁਨਾਹਗਾਰ ਹੋਵਾਂਗਾ। ਸੋ ਇਸ ਕਰਕੇ ਮੇਰੀ ਬੇਨਤੀ ਆਮ ਆਦਮੀ ਪਾਰਟੀ ਵਾਲੇ ਸੱਜਣਾਂ ਨੂੰ ਕਿ ਘਬਰਾਹਟ 'ਚ ਆ ਕੇ, ਬੁਖਲਾਹਟ 'ਚ ਆ ਕੇ ਐਵੇਂ ਨਿੱਕੀਆਂ ਨਿੱਕੀਆਂ ਪਿੰਡਾਂ ਸ਼ਰਾਰਤਾਂ ਨਾ ਕਰਨ ਦੀ ਕੋਸ਼ਿਸ਼ ਕਰਨ। ਉਦਣ ਅਸੀਂ ਦੀਪ ਸਿੰਘ ਵਾਲੇ ਗਏ, ਉਦਣ ਵੀ ਇਹਨਾਂ ਨੇ 5-7 ਆਪਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਮੂਹਰੇ ਕਰ ਦਿੱਤਾ ਤੇ ਜਾਣ ਕੇ ਇਹ ਕੋਸ਼ਿਸ਼ ਕੀਤੀ ਕਿ ਖੱਲੜ ਪਾਈਏ। ਉਵੇਂ ਹੀ ਅੱਜ ਢਿਲਮਾ ਖੁਰਦ ਗਏ, 200 ਬੰਦਾ ਪਿੰਡ ਦਾ ਬੈਠਾ ਹੈ। 2 ਬੰਦੇ ਜਿਨ੍ਹਾਂ ਨੇ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ, ਉਹ ਇਸ ਗੱਲ ਕਰਕੇ ਪੰਚਾਇਤ ਨਾਲ ਨਾਰਾਜ਼ਗੀ ਕਰ ਰਹੇ ਹੈ ਕਿ ਪੰਚਾਇਤ ਸਰਕਾਰੀ ਜ਼ਮੀਨ ਤੋਂ ਕਬਜ਼ਾ ਕਿਉਂ ਛਡਾਉਂਦੀ। ਹੁਣ ਪੰਚਾਇਤ ਕੀ ਕਰੇ? ਸਾਰਾ ਪਿੰਡ ਕਹਿੰਦਾ ਕਿ ਜਾਂ ਤਾਂ ਸਾਨੂੰ ਵੀ ਨੱਪ ਲੈਣ ਦਿਓ ਤੇ ਨਹੀਂ ਤਾਂ ਇਹ ਇਹਨਾਂ ਨੇ ਕਿਉਂ ਜ਼ਮੀਨ ਤੇ ਕਬਜ਼ਾ ਕੀਤਾ ਨਜਾਇਜ਼। ਸੋ ਮੇਰੀ ਬੇਨਤੀ ਹੈ ਉਹਨਾਂ ਨੂੰ, ਸੱਜਣਾਂ ਨੂੰ, ਕਿ ਠੀਕ ਹੈ, ਇਹੋ ਜਿਹੇ ਜਿਹੜੇ ਬੰਦੇ ਆ ਜਿਹੜੇ ਜ਼ਮੀਨਾਂ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਵਾਲੇ, ਸਰਕਾਰੀ ਨਿੱਕੀਆਂ ਨਿੱਕੀਆਂ ਪਿੰਡਾਂ ਸ਼ਰਾਰਤਾਂ ਨਾ ਕਰਨ ਦੀ ਕੋਸ਼ਿਸ਼ ਕਰਨ। ਉਦਣ ਅਸੀਂ ਦੀਪ ਸਿੰਘ ਵਾਲੇ ਗਏ, ਉਦਣ ਵੀ ਇਹਨਾਂ ਨੇ 5-7 ਆਪਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਮੂਹਰੇ ਕਰ ਦਿੱਤਾ ਤੇ ਜਾਣ ਕੇ ਇਹ ਕੋਸ਼ਿਸ਼ ਕੀਤੀ ਕਿ ਖੱਲੜ ਪਾਈਏ। ਉਵੇਂ ਹੀ ਅੱਜ ਢਿਲਮਾ ਖੁਰਦ ਗਏ, 200 ਬੰਦਾ ਪਿੰਡ ਦਾ ਬੈਠਾ ਹੈ। 2 ਬੰਦੇ ਜਿਨ੍ਹਾਂ ਨੇ ਇੱਕ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ, ਉਹ ਇਸ ਗੱਲ ਕਰਕੇ ਪੰਚਾਇਤ ਨਾਲ ਨਾਰਾਜ਼ਗੀ ਕਰ ਰਹੇ ਹੈ ਕਿ ਪੰਚਾਇਤ ਸਰਕਾਰੀ ਜ਼ਮੀਨ ਤੋਂ ਕਬਜ਼ਾ ਕਿਉਂ ਛਡਾਉਂਦੀ। ਹੁਣ ਪੰਚਾਇਤ ਕੀ ਕਰੇ? ਸਾਰਾ ਪਿੰਡ ਕਹਿੰਦਾ ਕਿ ਜਾਂ ਤਾਂ ਸਾਨੂੰ ਵੀ ਨੱਪ ਲੈਣ ਦਿਓ ਤੇ ਨਹੀਂ ਤਾਂ ਇਹ ਇਹਨਾਂ ਨੇ ਕਿਉਂ ਜ਼ਮੀਨ ਤੇ ਕਬਜ਼ਾ ਕੀਤਾ ਨਜਾਇਜ਼। ਸੋ ਮੇਰੀ ਬੇਨਤੀ ਹੈ ਉਹਨਾਂ ਨੂੰ, ਸੱਜਣਾਂ ਨੂੰ, ਕਿ ਠੀਕ ਹੈ, ਇਹੋ ਜਿਹੇ ਜਿਹੜੇ ਬੰਦੇ ਆ ਜਿਹੜੇ ਜ਼ਮੀਨਾਂ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਨ ਵਾਲੇ, ਸਰਕਾਰੀ ਚੀਜ਼ਾਂ ਦਾ ਦੁਰਵਰਤੋਂ ਕਰਨ ਵਾਲੇ, ਹੋ ਸਕਦਾ ਉਹ ਤੁਹਾਡੇ ਸਪੋਰਟਰ ਹੋਣ, ਉਹ ਤੁਹਾਡੇ ਨਾਲ ਨੇ, ਪਰ ਮੇਰੀ ਇੱਕ ਬੇਨਤੀ ਹੈ ਕਿ ਚਾਹੇ ਤੁਸੀਂ ਜਾਓ ਪਿੰਡਾਂ 'ਚ, ਚਾਹੇ ਅਸੀਂ ਜਾਈਏ, ਚਾਹੇ ਅਕਾਲੀ ਦਲ ਜਾਵੇ, ਇੱਕ ਇਲੈਕਸ਼ਨ ਦਾ ਡੈਕੋਰਮ ਮੇਨਟੇਨ ਕਰਨਾ ਚਾਹੀਦਾ। ਸੋ ਮੇਰੀ ਤੁਹਾਨੂੰ ਇਸ ਗੱਲ ਦੀ ਬੇਨਤੀ ਹੈ ਮੇਰੇ ਵਿਰੋਧੀ ਸੱਜਣਾਂ ਨੂੰ ਕਿ ਘਬਰਾਓ ਨਾ, ਰੀਜਨਲ ਇਲੈਕਸ਼ਨ ਲੜੀਏ। ਤੁਸੀਂ ਆਪਦੀ ਕੋਸ਼ਿਸ਼ ਕਰੋ, ਪਿੰਡ ਪਿੰਡ ਜਾਓ, ਤੁਸੀਂ ਆਪਦੀ ਏਜੰਡਾ ਰੱਖੋ, ਲੋਕਾਂ ਨੂੰ ਕਨਵਿੰਸ ਕਰੋ ਕਿ ਲੋਕ ਤੁਹਾਨੂੰ ਵੋਟ ਪਾਉਣ।
ਅਕਾਲੀ ਦਲ ਵਾਲੇ ਆਪਦੀ ਗੱਲ ਕਰਨ ਤੇ ਭਾਈ ਅਸੀਂ ਆਪਦੀ ਗੱਲ ਕਰੀਏ ਤੇ ਲੋਕ ਫੈਸਲਾ ਲੋਕਾਂ ਤੇ ਛੱਡੀਏ। ਘਬਰਾਹਟ ਕਾਹਦੀ ਹੈ? ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਯਕੀਨ ਹੈ ਕਿ ਜਿਹੜੇ ਮੈਂ ਕੰਮ ਕੀਤੇ ਆ ਲੋਕਾਂ ਦੇ ਸਾਹਮਣੇ, ਸੋ ਇਸ ਕਰਕੇ ਘਬਰਾਓ ਨਾ, ਘਬਰਾ ਕੇ ਇਹੋ ਜਿਹੀਆਂ ਬੇਸਵਾਦੀ ਵਾਲੀਆਂ ਗੱਲਾਂ ਪਿੰਡਾਂ 'ਚ ਨਾ ਕਰੋ। ਇਹਨਾਂ ਗੱਲਾਂ ਦਾ ਪਿੰਡਾਂ 'ਚ ਆਪਸ 'ਚ ਲੜਾਈ ਪੈ ਜਾਣੀ। ਜੇ 2 ਘਰ ਤੁਹਾਡੇ ਕਿਤੇ ਕਰਨਗੇ ਤੇ 200 ਘਰ ਜਦੋਂ ਤੁਸੀਂ ਜਾਓਗੇ ਤੇ ਸਾਡਾ ਉੱਥੇ ਮੂਹਰੇ ਖੜਾ ਹੋਊਗਾ। ਸੋ ਆਪਾਂ ਮੇਰੀ ਇਹ ਬੇਨਤੀ ਹੈ ਕਿ ਇਲੈਕਸ਼ਨ ਲੜੋ ਤਕੜੇ ਹੋ ਕੇ। ਪਰਮਾਤਮਾ ਨੇ ਜਾਂ ਸੰਗਤ ਨੇ ਜਿੱਤ ਬਖਸ਼ਣੀ ਹੈ, ਪਰ ਘਬਰਾਹਟ ਦੀਆਂ ਨਿਸ਼ਾਨੀਆਂ ਇਹ ਸਾਹਮਣੇ ਆਉਣ ਲੱਗ ਪਈਆਂ ਕਿਉਂਕਿ ਇਹਨਾਂ ਨੇ ਦੇਖ ਲਿਆ ਘੁੰਮ ਫਿਰ ਕੇ। ਸਰਦਾਰ ਗੁਰਦਿੱਤ ਸਿੰਘ ਸੇਖੋਂ ਨੇ ਵੋਟਾਂ ਲੈਣ ਤੋਂ ਬਾਅਦ 2017 'ਚ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਸੀ, ਉਸ ਤੋਂ ਬਾਅਦ 4 ਸਾਲ ਕਿਸੇ ਦੇ ਦੁੱਖ ਸੁੱਖ ਤੇ ਵੀ ਨਹੀਂ ਗਏ, ਕਿਸੇ ਆਮ ਆਦਮੀ ਪਾਰਟੀ ਦੇ ਵਰਕਰ ਦੀ ਬਾਂਹ ਨਹੀਂ ਫੜੀ, ਕਿਸੇ ਦੀ ਖੁਸ਼ੀ ਗਮੀ ਵਿੱਚ ਨਹੀਂ ਗਏ। ਅੱਜ ਇਹਨਾਂ ਦੇ ਵਰਕਰ ਧੜਾ ਧੜ ਟੁੱਟ ਕੇ ਸਾਡੇ ਨਾਲ ਸ਼ਾਮਲ ਹੋ ਰਹੇ ਆ, ਸਾਡਾ ਵਿਕਾਸ ਦੇਖ ਕੇ, ਸਾਡੇ ਕੀਤੇ ਹੋਏ ਕੰਮ ਦੇਖ ਕੇ। ਸੋ ਮੇਰੀ ਇਹ ਬੇਨਤੀ ਹੈ ਕਿ ਇਲੈਕਸ਼ਨ ਲੜੀਏ ਤਕੜੇ ਹੋ ਕੇ, ਆਪਦਾ ਲੋਕਾਂ 'ਚ ਕੰਮ ਲੈ ਕੇ ਜਾਈਏ ਤੇ ਜੋ ਲੋਕ ਫਤਵਾ ਦੇਣਗੇ ਸਾਰਿਆਂ ਦੇ ਸਿਰ ਮੱਥੇ ਹੋਊਗਾ। ਸੋ ਮੇਰੀ ਬੇਨਤੀ ਹੈ ਇਲੈਕਸ਼ਨ ਅਸੂਲਾਂ ਨਾਲ ਲੜੋ, ਘਬਰਾਹਟ ਨਾਲ ਲੜੋ। ਇੰਨਾ ਕਹਿੰਦਾ ਹੋਏ ਮਾਫੀ ਮੰਗਦਾ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਮੇਰੀ ਇੱਕ ਬੇਨਤੀ ਹੈ, ਹਾਂਜੀ ਮੈਂ ਫਰੀਦਕੋਟ ਇਲਾਕੇ ਦੇ ਸਾਰੇ ਮੀਡੀਆ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਦਿਨ ਮੇਰੇ ਨਾਲ ਦੌਰਾ ਕਰੋ। ਤੁਹਾਨੂੰ ਆਪ ਪਤਾ ਲੱਗੂਗਾ ਕਿ ਲੋਕ ਕਿੰਨੇ ਕੁ ਖੁਸ਼ ਹੈ, ਕਿੰਨਾ ਕੁ ਵਿਕਾਸ ਹੋਇਆ ਤੇ ਲੋਕ ਕੀ ਬੋਲ ਰਹੇ ਹੈ। ਮੈਂ ਅੱਜ ਤੁਹਾਨੂੰ ਕਹਿ ਰਿਹਾ ਬੜੀ ਜ਼ਿੰਮੇਵਾਰੀ ਨਾਲ ਕਿ ਜਿਹੜਾ ਕਾਂਗਰਸ ਪਾਰਟੀ ਦਾ ਮਾਰਜਨ ਹੈ ਉਹ 2017 ਨਾਲੋਂ ਵੀ ਵਧੂਗਾ ਤੇ ਪਿੰਡਾਂ ਵਿੱਚ ਉਸ ਤੋਂ ਵੀ ਵੱਡੀ ਲੀਡ ਆਊਗੀ। ਅੱਜ ਗੱਲ ਮੇਰੀ ਯਾਦ ਰੱਖਿਓ, ਅਸੀਂ ਉਹ ਕੰਮ ਕੀਤੇ ਆ ਪਿੰਡਾਂ ਵਿੱਚ ਜਿਹੜੇ ਪਿਛਲੇ 25 ਸਾਲਾਂ 'ਚ ਨਹੀਂ ਹੋਏ ਸੀ ਤੇ ਹਰੇਕ ਜਿਹੜਾ ਪਿੰਡ ਵਾਸੀ ਹੈ, ਨਗਰ ਵਾਸੀ ਹੈ, ਉਹਦਾ ਫਾਇਦਾ ਹੋਇਆ ਉਹਨਾਂ ਕੰਮਾਂ ਰਾਹੀਂ। ਹਰੇਕ ਨੂੰ ਸਹੂਲਤਾਂ ਮਿਲੀਆਂ ਉਹਨਾਂ ਕੰਮਾਂ ਰਾਹੀਂ। ਸੋ ਸਾਡੇ ਕੰਮ ਜਿਹੜੇ ਕੀਤੇ ਆ ਉਹ ਬਗੈਰ ਪੱਖਪਾਤ ਤੋਂ ਹਰੇਕ ਜਿਹੜਾ ਪਿੰਡ ਵਾਸੀ ਆ ਉਹਦੇ ਫਾਇਦੇ ਵਾਸਤੇ ਕੀਤੇ ਆ। ਸੋ ਲੋਕ ਉਹਨਾਂ ਕੰਮਾਂ ਦਾ ਮੁੱਲ ਮੋੜ ਰਿਹਾ ਤੇ ਮੋੜਨਗੇ। ਇਹ ਮੇਰੀ ਦਾਅਵਾ ਇਸ ਗੱਲ ਦਾ।